ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ, ਧੰਨ ਧੰਨ ਬਾਬਾ ਨੋਧ ਸਿੰਘ ਸਾਹਿਬ ਜੀ, ਸਮੂਹ ਸ਼ਹੀਦ ਸਿੰਘ ਫੌਜਾਂ ਤਿੰਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ। ਖਾਲਸਾ ਜੀ। ਅਕਾਲ ਪੁਰਖ ਵਾਹਿਗੁਰੂ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਦੀਨ ਦੁਨੀ ਦੇ ਮਾਲਕ ਸਤਿਗੁਰੂ ਸੁਆਮੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ, ਸਤਿਗੁਰੂ ਜੀਆਂ ਨੇ ਜੋ ਪੂਰਨੇ ਪਾਏ, ਜੋ ਧੁਰ ਕੀ ਬਾਣੀ ਖਾਲਸਾ ਜੀ ਸੰਸਾਰ ਨੂੰ ਬਖਸ਼ੀ ਹੈ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ। ਭਾਈ ਜਿਹੜਾ ਵੀ ਕੋਈ ਸਤਿਗੁਰੂ ਦੀ ਸ਼ਰਨ ਜਾਂਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਪਰਮੇਸ਼ਰ ਦਾ ਜਸ ਕਰਦਾ ਹੈ ਉਹਦਾ ਉਧਾਰ ਹੁੰਦਾ ਹੈ, ਉਹਦੀ ਗਤੀ ਹੋ ਜਾਂਦੀ ਹੈ, ਮੁਕਤੀ ਪ੍ਰਾਪਤ ਹੁੰਦੀ ਹੈ। ਖਾਲਸਾ ਜੀ, ਮਨੁੱਖਾ ਜਨਮ ਦੇ ਵਿੱਚ ਅਸਲ ਵਿੱਚ ਜਿਹੜੀ ਅਸਲੀ ਕਮਾਈ ਹੈ ਉਹ ਇਹੀ ਹੈ ਕਿ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਪ੍ਰੇਮ ਬਣ ਜਾਣਾ। ਜਿਹਦੀ ਪ੍ਰੀਤੀ ਪਰਮੇਸ਼ਰ ਦੇ ਚਰਨਾਂ ਨਾਲ ਬਣ ਜਾਂਦੀ ਹੈ ਖਾਲਸਾ ਜੀ, ਚਾਹੇ ਇੱਕ ਜਨਮ ਦੇ ਵਿੱਚ ਉਹ ਪਾਰ ਨਾ ਹੋਵੇ, ਪਰ ਅਕਾਲ ਪੁਰਖ ਵਾਹਿਗੁਰੂ ਫਿਰ ਉਹਦਾ ਲੇਖਾ ਪਾੜ ਕੇ ਉਹਨੂੰ ਫਿਰ ਮਾਂ ਦੇ ਗਰਭ ਦੇ ਵਿੱਚ ਪਾ ਕੇ ਇੱਕ ਵਾਰ ਫਿਰ ਸਿੱਖਾਂ ਦੇ ਘਰ ਜਨਮ ਦਿੰਦਾ ਹੈ ਕਿ ਭਾਈ ਤੂੰ ਕਮਾਈ ਕਰ ਸਕੇ। ਜਿਵੇਂ ਖਾਲਸਾ ਜੀ ਭਗਤ ਧੰਨਾ ਜੀ, ਉਹਨਾਂ ਦੇ ਵੀ 7 ਜਨਮ ਸਨ, ਤੇ ਭਗਤ ਕਬੀਰ ਸਾਹਿਬ ਜੀ ਉਹਨਾਂ ਦੇ ਵੀ 7 ਜਨਮ ਸੀ। ਭਗਤ ਰਵਿਦਾਸ ਜੀ ਹੁਣਾਂ ਦੇ ਵੀ ਜਨਮ ਸਨ ਖਾਲਸਾ ਜੀ। ਭਗਤ ਰਵਿਦਾਸ ਜੀ ਹੁਣੀ ਚਮਾਰ ਨਹੀਂ ਸਨ, ਉਹ ਉਹਨਾਂ ਦੇ ਗੁਰੂ ਦੇ ਮੁਖੋਂ ਬਚਨ ਨਿਕਲਿਆ ਸੀ, ਇਸ ਕਰਕੇ ਚਮਾਰਾਂ ਦੇ ਘਰ ਉਹਨਾਂ ਦਾ ਜਨਮ ਹੋਇਆ। ਸੋ ਉਹ ਪਹਿਲਾਂ ਬ੍ਰਾਹਮਣ ਸਨ, ਪੰਡਤ ਸਨ ਤੇ ਤਤਬੇਤੇ ਸਨ, ਬਾਣੀ ਪੜ੍ਹਨ ਵਾਲੇ ਸੀ। ਸੋ ਖਾਲਸਾ ਜੀ ਗੁਰੂ ਦਾ ਹੁਕਮ ਨਹੀਂ ਮੰਨਿਆ, ਇਸ ਕਰਕੇ ਬਚਨ ਹੋ ਗਿਆ ਸੀ, ਤਾਂ ਕਰਕੇ ਚਮਾਰਾਂ ਦੇ ਘਰ ਜਨਮ ਹੋਇਆ। ਉਹਦਾ ਵਿਚਾਰ ਆਪਾਂ ਫਿਰ ਕਦੇ ਕਰਾਂਗੇ। ਸੋ ਖਾਲਸਾ ਜੀ, ਧੰਨ ਗੁਰੂ ਨੌਵੇਂ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਸਤਿਗੁਰੂ ਦਾਦਾ ਸਤਿਗੁਰੂ ਜੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸ਼ਰਨ ਵਿੱਚ ਆ ਭਾਈ। ਜਿਹੜਾ ਵੀ ਮਨੁੱਖ ਮਹਾਰਾਜ ਦੀ ਸ਼ਰਨ ਆਉਂਦਾ ਹੈ, ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਹਦਾ ਉਧਾਰ ਹੁੰਦਾ ਹੈ। ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜਹ ਸਿਮਰਤ ਗਨਕਾਸੀ ਉਧਰੀ ਤਾਕੋ ਜਸੁਰ ਧਾਰੋ। ਜਿਹਦਾ ਸਿਮਰਨ ਕਰਕੇ ਖਾਲਸਾ ਜੀ ਗਨਕਾ ਪਾਪਣ ਉਧਰ ਗਈ ਸੀ। ਜਿਹੜੀ ਵੇਸਵਾ ਸੀ, ਜਿਹਦੀ ਆਪਾਂ ਪਿੱਛੇ ਵੀ ਵਿਚਾਰ ਕੀਤੀ ਸੀ, ਉਹਦਾ ਉਧਾਰ ਹੋ ਗਿਆ ਸੀ। ਮਹਾਰਾਜ ਦੀ ਸ਼ਰਨ ਪਿਆ, ਮਹਾਰਾਜ ਦਾ ਨਾਮ ਜਪਿਆ। ਸੋ ਖਾਲਸਾ ਜੀ, ਮਹਾਰਾਜ ਸੱਚੇ ਪਾਤਸ਼ਾਹ ਦਾ ਜਿੰਨਾ ਨਾਮ ਜਪਿਆ ਹੈ, ਵੱਡੇ ਵੱਡੇ ਪਾਪੀ ਖਾਲਸਾ ਜੀ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ, ਅਜਾਮਲ ਪਾਪੀ ਜਗ ਜਾਣੇ ਨਿਮਕ ਮਾਹੇ ਨਿਸਥਾਰਾ, ਨਾਨਕ ਕਹਿਤ ਚੇਤ ਚਿੰਤਾਮਨ ਤੈ ਭੀ ਉਤਰਹਿ ਪਾਰਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੱਕ ਅੱਖ ਦੇ ਫੋਰ ਤੋਂ ਪਹਿਲਾਂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਉਹਨੂੰ ਤਾਰ ਦਿੰਦਾ, ਜਿਹੜਾ ਪਰਮੇਸ਼ਰ ਦਾ ਨਾਮ ਜਪਦਾ, ਚਾਹੇ ਕਿੱਡਾ ਹੀ ਵੱਡਾ ਪਾਪੀ ਹੋਵੇ। ਖਾਲਸਾ ਜੀ, ਅਜਾਮਲ ਨੂੰ ਵੱਡਾ ਪਾਪੀ ਮਹਾਰਾਜ ਨੇ ਬਾਣੀ ਵਿੱਚ ਆਖਿਆ ਹੈ, ਜਿਸ ਪਾਪੀ ਨੂੰ ਸਾਰਾ ਸੰਸਾਰ ਜਾਣਦਾ ਸੀ। ਖਾਲਸਾ ਜੀ, ਜਿਹੜਾ ਅਜਾਮਲ ਸੀ ਇਹ ਇੱਕ ਬ੍ਰਾਹਮਣ ਦਾ ਪੁੱਤਰ ਸੀ ਤੇ ਬ੍ਰਾਹਮਣ ਦੇ ਕੋਲ ਪੜ੍ਹਨੇ ਪਾਇਆ ਹੋਇਆ ਸੀ। ਸੋ ਜਦੋਂ ਪੰਡਤ ਦੇ ਕੋਲ ਇਹ ਪੜ੍ਹਨੇ ਪਾਇਆ ਕਿ ਕੋਈ ਇਹ ਵੇਦਾਂ ਦਾ ਗਿਆਨ ਲੈ ਲੇਗਾ ਜਾਂ ਕਿਸੇ ਪ੍ਰਕਾਰ ਸਿਮਰਤੀਆਂ ਦਾ ਗਿਆਨ ਲੈ ਲੇਗਾ, ਇਸ ਕਰਕੇ ਇਹ ਜਿਹੜਾ ਸੀ ਇੱਕ ਪੰਡਤ ਦੇ ਕੋਲ ਪੜ੍ਹਨ ਜਾਇਆ ਕਰਦਾ ਸੀ। ਸੋ ਜਦੋਂ ਪੰਡਤ ਕੋਲੇ ਪੜ੍ਹਨੇ ਪਹਿਲੀ ਵਾਰ ਗਿਆ ਤੇ ਇਹਨਾਂ ਥੋੜਾ ਦੂਰ ਪੈਂਦਾ ਸੀ ਰਸਤਾ ਖਾਲਸਾ ਜੀ, ਇਹਦੇ ਘਰ ਤੋਂ ਪੰਡਤ ਦਾ ਘਰ ਦੂਰ ਪੈਂਦਾ ਸੀ ਤੇ ਰਸਤੇ ਦੇ ਵਿੱਚ ਇੱਕ ਬਾਜ਼ਾਰ ਆਉਂਦਾ ਸੀ। ਜਦੋਂ ਪਹਿਲੀ ਵਾਰ ਪੰਡਤ ਦੇ ਕੋਲ ਗਿਆ, ਪੰਡਤ ਜੀ ਨੇ ਇੱਕ ਦਿਨ ਪੁੱਛਿਆ ਕਿ ਅਜਾਮਲ ਤੂੰ ਕਿਸ ਰਸਤੇ ਇੱਥੇ ਆਉਣਾ ਸਾਡੇ ਕੋਲ, ਤੇ ਇਹਨੇ ਦੱਸਣਾ ਕੀਤਾ ਕਿ ਪੰਡਤ ਜੀ ਮੈਂ ਬਾਜ਼ਾਰ ਰਾਹੀਂ ਆਉਣਾ। ਤੇ ਪੰਡਤ ਜੀ ਨੂੰ ਪਤਾ ਸੀ ਵੀ ਭਾਈ ਅਜੇ ਸਿੱਖ ਦਾ ਅਜੇ ਸ਼ੁਰੂ ਹੋਇਆ, ਸ਼ਰਧਾਲੂ ਬਣਨਾ ਸ਼ੁਰੂ ਹੋਇਆ ਤੇ ਇਹਦੀ ਰਾਖੀ ਕਰਨੀ ਪਵੇਗੀ। ਪੰਡਤ ਜੀ ਕਹਿਣ ਲੱਗੇ, ਪੁੱਤਰ ਅਜਾਮਲ ਕਦੇ ਵੀ ਬਾਜ਼ਾਰ ਥਾਣੀ ਨਹੀਂ ਆਉਣਾ, ਹਮੇਸ਼ਾ ਤੂੰ ਉੱਪਰਲੇ ਪਾਸਿਓਂ ਦੀ ਆਉਣਾ, ਬਾਹਰੋਂ ਬਾਹਰ ਆਉਣਾ, ਬਾਜ਼ਾਰ ਦੇ ਵਿੱਚ ਨਹੀਂ ਐਂਟਰ ਹੋਣਾ, ਬਾਜ਼ਾਰ ਦੇ ਵਿੱਚ ਕਦੇ ਨਹੀਂ ਜਾਣਾ। ਸੋ ਖਾਲਸਾ ਜੀ, ਅਜਾਮਲ ਨੇ ਪੰਡਤ ਦਾ ਹੁਕਮ ਮੰਨ ਕੇ ਕਦੇ ਵੀ ਬਾਜ਼ਾਰ 'ਚ ਨਹੀਂ ਗਿਆ, ਬਾਹਰੋਂ ਬਾਹਰ ਹੀ ਜਾਂਦਾ ਰਿਹਾ। ਇੱਕ ਦਿਨ ਕੀ ਹੋਇਆ, ਚੰਗਾ ਗਿਆਤਾ ਬਣ ਗਿਆ, ਵੈਸੇ ਚੰਗਾ ਗਿਆਨ ਆ ਗਿਆ, ਸਾਰੀਆਂ ਭਾਸ਼ਾਵਾਂ ਸਿੱਖ ਲਈਆਂ, ਸਾਰਾ ਜੋ ਸ਼ਲੋਕਾਂ ਦਾ ਧਿਆਨ ਸੀ ਸਭ ਕੁਝ ਸਿੱਖ ਲਿਆ। ਇੱਕ ਦਿਨ ਮਨ ਵਿੱਚ ਆਈ ਕਿ ਮੈਨੂੰ ਪੰਡਤ ਜੀ ਨੇ ਕਿਉਂ ਰੋਕਿਆ ਬਾਜ਼ਾਰ 'ਚ ਜਾਣ ਤੋਂ, ਵੀ ਅੱਜ ਮੈਂ ਬਾਜ਼ਾਰ ਥਾਣੀ ਹੋ ਕੇ ਜਾਵਾਂਗਾ। ਬਚਨ ਤੋਂ ਉਲਟਾ ਹੋ ਗਿਆ ਤੇ ਬਾਜ਼ਾਰ ਥਾਣੀ ਚਲਾ ਗਿਆ। ਜਦੋਂ ਬਾਜ਼ਾਰ ਦੇ ਵਿੱਚ ਐਂਟਰ ਹੋਇਆ, ਕਈ ਪ੍ਰਕਾਰ ਦੇ ਨਾਚ ਤਮਾਸ਼ੇ ਹੋ ਰਹੇ। ਸੋ ਉੱਥੇ ਇੱਕ ਵੇਸਵਾ ਨੱਚਦੀ ਪਈ, ਸਾਰੇ ਲੋਕ ਉਹਨੂੰ ਦੇਖਦੇ ਨੇ। ਸੋ ਇੱਕ ਕੋਠਾ ਆਉਂਦਾ ਹੈ ਵੇਸਵਾ ਦਾ, ਉੱਥੇ ਕਈ ਪ੍ਰਕਾਰ ਦੀਆਂ ਜਨਾਨੀਆਂ, ਜਿੱਥੇ ਪਰ ਪੁਰਸ਼ ਹਮੇਸ਼ਾ ਹੀ ਜਾਂਦੇ। ਜਦੋਂ ਇਹਨੇ ਦੇਖਿਆ ਤੇ ਇਹਦੇ ਮਨ ਨੂੰ ਚੰਗਾ ਲੱਗਾ, ਕਿਉਂਕਿ ਖਾਲਸਾ ਜੀ ਜਿਹੜੀਆਂ ਸਾਡੀਆਂ ਅੱਖਾਂ ਨੇ ਇਹ ਰੰਗ ਤਮਾਸ਼ੇ ਦੇਖਦੀਆਂ ਨੇ। ਤੇ ਜਦੋਂ ਇਹ ਚੀਜ਼ਾਂ ਦੇਖ ਲਈਆਂ, ਉਸ ਦਿਨ ਪੰਡਤ ਕੋਲੇ ਪਹੁੰਚਿਆ ਤੇ ਪੰਡਤ ਜੀ ਨੇ ਪੁੱਛਿਆ, ਜਾਮਲ ਕਿੱਥੋਂ ਦੀ ਆਇਆ, ਕਿਹੜੇ ਰਸਤੇ ਆਇਆ? ਕਿਉਂਕਿ ਖਾਲਸਾ ਜੀ ਜਿਹੜਾ ਸਿਖਾਉਣ ਵਾਲਾ ਹੋਵੇ ਉਹਨੂੰ ਭੇਦ ਹੁੰਦਾ ਹੈ, ਗੁਰੂ ਨੂੰ ਭੇਦ ਹੁੰਦਾ ਹੈ ਕਿ ਮੇਰਾ ਸਿੱਖ ਜਾਂ ਮੈਨੂੰ ਕੋ ਸਿੱਖਣ ਵਾਲਾ ਕਿਸ ਰਸਤੇ ਪਿਆ ਹੈ, ਕੀ ਕਰਦਾ ਹੈ। ਅੱਖ ਪਛਾਣ ਲੈਂਦੇ ਨੇ ਖਾਲਸਾ ਜੀ ਜਿਹੜੇ ਗੁਰੂ ਹੁੰਦੇ ਨੇ। ਸੋ ਜਦੋਂ ਅਜਾਮਲ ਨੇ ਝੂਠ ਬੋਲਿਆ ਕਿ ਪੰਡਤ ਜੀ ਮੈਂ ਤੇ ਬਾਜ਼ਾਰ ਦੇ ਬਾਹਰੋਂ ਬਾਹਰ ਆਇਆ, ਤੇ ਸ਼ਾਮਾਂ ਨੂੰ ਵੀ ਚਿੱਤ ਕੀਤਾ ਜਾਣ ਦਾ, ਬਾਜ਼ਾਰ ਥਾਣੀ ਗਿਆ, ਡੇਲੀ ਆਉਣ ਜਾਣ ਲੱਗਾ। ਇੱਕ ਦਿਨ ਕੀ ਹੋਇਆ, ਵੇਸਵੇ ਦੇ ਕੋਠੇ ਤੇ ਚਲਾ ਗਿਆ
ਮਨ ਵਿੱਚ ਵਿਚਾਰ ਆਈ ਵੀ ਕਿਉਂ ਨਾ ਇੱਥੋਂ ਹੋ ਕੇ ਜਾਵਾਂ। ਜਦੋਂ ਕੋਠੇ ਤੇ ਗਿਆ, ਉੱਥੇ ਵੇਸਵਾ ਦੇ ਕੋਲ ਖਲੋਤਾ। ਹੁਣ ਖਾਲਸਾ ਜੀ ਵੇਸਵਾ ਦਾ ਕੰਮ ਹੈ, ਪਰ ਪੁਰਸ਼ ਨੂੰ ਭਰਮਾਉਣਾ। ਸੋ ਜਦੋਂ ਅਜਾਮਲ ਨੇ ਉਹਦਾ ਰੂਪ ਤੱਕਿਆ ਤਾਂ ਉਹਦਾ ਮੋਹਿਤ ਹੋ ਗਿਆ। ਹੁਣ ਰੋਜ਼ਾਨਾ ਉਹਦੇ ਕੋਲੇ ਜਾਂਦਾ। ਇੱਕ ਦਿਨ ਪੰਡਤ ਜੀ ਨੂੰ ਪਤਾ ਲੱਗ ਜਾਂਦਾ। ਪੰਡਤ ਜੀ ਨੇ ਉਸ ਦਿਨ ਦੁਰਕਾਰ ਮਾਰ ਕੇ ਭਜਾ ਦਿੱਤਾ ਕਿ ਤੂੰ ਬੇਸ਼ੱਕ ਗਿਆਤਾ ਬਣ ਗਿਆ, ਪਰ ਤੂੰ ਵੇਸਵਾ ਦਾ ਸੰਗ ਕੀਤਾ ਹੈ, ਤੂੰ ਡੁੱਬੇਗਾ ਜ਼ਰੂਰ। ਇਹਨੇ ਫਿਰ ਖਾਲਸਾ ਜੀ ਪੰਡਤ ਦੇ ਕੋਲੇ ਪੜ੍ਹਨਾ ਛੱਡ ਦਿੱਤਾ, ਜਾਣਾ ਛੱਡ ਦਿੱਤਾ, ਤੇ ਉਹ ਵੇਸਵਾ ਦੇ ਮੋਹਿਤ ਹੋ ਗਿਆ। ਉਹ ਵੇਸਵਾ ਦੇ ਨਾਲ ਇਹਨੇ ਵਿਆਹ ਕਰਾਉਣਾ ਕੀਤਾ। ਜਦੋਂ ਵਿਆਹ ਕੀਤਾ ਤੇ ਪਿੰਡ ਵਾਲਿਆਂ ਵੀ ਦੁਰਕਾਰਿਆ ਕਿ ਤੂੰ ਪੰਡਤ ਹੋ ਕੇ, ਏਡਾ ਗਿਆਤਾ ਹੋ ਕੇ ਤੂੰ ਇੱਕ ਵੇਸਵਾ ਦੇ ਨਾਲ ਵਿਆਹ ਕਰਾਉਣਾ ਕੀਤਾ। ਦੇਸ਼ ਨਿਕਾਲਾ ਦੇ ਦਿੱਤਾ ਖਾਲਸਾ ਜੀ। ਜਦੋਂ ਦੇਸ਼ ਚੋਂ ਕੱਢ ਦਿੱਤਾ, ਨਗਰ ਚੋਂ ਕੱਢ ਦਿੱਤਾ, ਤੇ ਦੂਰ ਜਾ ਕੇ ਜੰਗਲ 'ਚ ਰਹਿਣ ਲੱਗੇ, ਕੁੱਲੀ ਪਾ ਕੇ ਰਹਿੰਦੇ ਨੇ। ਹੁਣ ਇਹਦੇ ਘਰ ਖਾਲਸਾ ਜੀ 6 ਬੱਚੇ ਹੁੰਦੇ ਨੇ। ਵੇਸ਼ਵਾ ਦੀ ਕੁੱਖੋਂ ਅਜਾਮਲ ਦੇ 6 ਬੱਚੇ ਹੁੰਦੇ ਨੇ। ਤੇ ਇਹ ਹੁਣ ਖਾਣ ਵਾਸਤੇ ਕੁਛ ਨਹੀਂ ਹੈ, ਤੇ ਤਿੱਤਰ ਬਟੇਰੇ ਮਾਰਦਾ ਹੈ, ਉਹ ਲੈ ਕੇ ਆਉਂਦਾ ਤੇ ਉਹਦਾ ਫਿਰ ਮਾਸ ਖਵਾਉਂਦਾ। ਇਵੇਂ ਖਾਲਸਾ ਜੀ ਆਪਣੇ ਬੱਚਿਆਂ ਨੂੰ ਪਾਲਦਾ ਹੈ। ਪਰ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਜਦੋਂ ਕਿਸੇ ਜੀਵ ਦੇ ਉੱਤੇ ਕਿਰਪਾ ਹੁੰਦੀ ਹੈ, ਜਦੋਂ ਅਕਾਲ ਪੁਰਖ ਵਾਹਿਗੁਰੂ ਦੀ ਮੌਜ ਬਣਦੀ ਹੈ ਖਾਲਸਾ ਜੀ, ਫਿਰ ਮਹਾਰਾਜ ਸੱਚੇ ਪਾਤਸ਼ਾਹ ਅੱਖ ਦੇ ਫੋਰ ਤੋਂ ਪਹਿਲਾਂ ਬੰਦੇ ਨੂੰ ਤਾਰ ਦਿੰਦੇ ਨੇ। ਸੋ ਇਦਾਂ ਹੀ ਅਜਾਮਲ ਦੇ ਨਾਲ ਹੋਇਆ ਖਾਲਸਾ ਜੀ। ਇੱਕ ਦਿਨ ਕੋਈ ਸਾਧੂ ਤੁਰਿਆ ਫਿਰਦਾ ਉਸਦੀ ਕੁੱਲੀ ਵਿੱਚ ਆ ਗਿਆ। ਉਹ ਸਾਧ ਕੁੱਲੀ ਵਿੱਚ ਆਇਆ ਤੇ ਇਹ ਉਧਰੋਂ ਤਿੱਤਰ ਬਟੇਰੇ ਮਾਰ ਕੇ ਲੈ ਕੇ ਆਉਂਦਾ ਸੀ। ਇਹਨੇ ਉਹ ਸਾਧ ਜੀ ਨੂੰ ਬੁਲਾਇਆ, ਸਾਧੂ ਨੂੰ ਬੁਲਾਇਆ, ਨਮਸਕਾਰ ਕੀਤੀ ਤੇ ਆਪਣੀ ਕੁੱਲੀ ਦੇ ਵਿੱਚ ਲੈ ਕੇ ਗਿਆ। ਤੇ ਜਿਹੜੇ ਮਾਰ ਕੇ ਤਿੱਤਰ ਬਟੇਰੇ ਲਿਆਇਆ ਸੀ ਉਹਨਾਂ ਨੂੰ ਲੁਕਾ ਲਿਆ। ਤੇ ਘਰ ਦੇ ਵਿੱਚ ਕੋਈ ਥੋੜੇ ਜਿਹੇ ਛੋਲੇ ਪਏ ਸੀ, ਉਹਨਾਂ ਨੂੰ ਉਬਾਲ ਕੇ ਤੇ ਉਹ ਸਾਧੂ ਨੂੰ ਖਵਾਉਣਾ ਕੀਤੀ, ਉਹਦੀ ਸੇਵਾ ਕੀਤੀ। ਖਾਲਸਾ ਜੀ ਸਾਧ ਜਿਹੜੇ ਹੁੰਦੇ ਨੇ ਜਾਂ ਅਕਾਲ ਪੁਰਖ ਵਾਹਿਗੁਰੂ ਦੇ ਪਿਆਰੇ ਹੁੰਦੇ ਨੇ, ਉਹ ਕਿਸੇ ਦੀ ਥੋੜੀ ਜਿਹੀ ਕੀਤੀ ਹੋਈ ਘਾਲ ਤੇ ਹੀ ਰੀਝ ਜਾਂਦੇ ਨੇ। ਜਦੋਂ ਅਜਾਮਲ ਨੇ ਉਹ ਸਾਧ ਦੀ ਸੇਵਾ ਕੀਤੀ ਤੇ ਉਹ ਸਾਧ ਨੇ ਪੁੱਛਿਆ ਵੀ ਭਾਈ ਤੂੰ ਕੀ ਕਰਦਾ ਹੈ? ਇਹਨੇ ਆਪਣਾ ਸਾਰਾ ਦੁੱਖ ਦੱਸਿਆ ਕਿ ਮੈਂ ਪੰਡਤ ਸਾਂ, ਮੈਂ ਵੇਸਵਾ ਦੇ ਨਾਲ ਵਿਆਹ ਕਰਾ ਲਿਆ, ਮੇਰੇ 6 ਬੱਚੇ ਨੇ, ਹੁਣ ਅਸੀਂ ਰੋਂਦੇ ਹਾਂ, ਉਹਨਾਂ ਨੂੰ ਪਾਲਣ ਵਾਸਤੇ ਵੀ ਮੇਰੇ ਕੋਲੇ ਕੋਈ ਪੈਸਾ ਨਹੀਂ। ਇਹ ਸਾਰੀ ਵਾਰਤਾ ਜਦੋਂ ਉਹ ਸਾਧ ਨੂੰ ਦੱਸੀ ਤੇ ਉਹ ਸਾਧ ਨੇ ਫਿਰ ਕਿਹਾ, ਅਜਾਮਲ ਤੇਰੇ ਘਰ ਇੱਕ ਪੁੱਤਰ ਹੋਰ ਹੋਵੇਗਾ, ਇੱਕ ਪੁੱਤਰ ਜ਼ਰੂਰ ਆਵੇਗਾ ਤੇ ਤੂੰ ਉਹਦਾ ਨਾਮ ਨਾਰਾਇਣ ਰੱਖੀ। ਜਦੋਂ ਨਾਰਾਇਣ ਰੱਖੇਗਾ ਉਹ ਪੁੱਤ ਤੈਨੂੰ ਤਾਰਨ ਵਾਲਾ ਹੋਵੇਗਾ। ਇਹਦੇ ਘਰ ਫਿਰ ਖਾਲਸਾ ਜੀ 7ਵਾਂ ਪੁੱਤਰ ਹੁੰਦਾ ਹੈ। ਸਾਧ ਐਵੇਂ ਬਚਨ ਕਰਕੇ ਚਲਾ ਜਾਂਦਾ ਹੈ। ਜਦੋਂ 7ਵਾਂ ਪੁੱਤਰ ਹੁੰਦਾ ਹੈ ਉਹਦਾ ਨਾਮ ਨਾਰਾਇਣ ਰੱਖਦਾ। ਸੋ ਇਹਦਾ ਮਾੜਾ ਸਮਾਂ ਆਉਂਦਾ ਹੈ। ਅਜਾਮਲ ਦੀ ਜਦੋਂ ਮੌਤ ਹੋਣੀ ਹੁੰਦੀ ਹੈ ਖਾਲਸਾ ਜੀ, ਸਵਾਸਾਂ ਦੀ ਡੋਰ ਮੁੱਕਣ ਵਾਲੀ ਹੁੰਦੀ ਹੈ, ਉਸ ਵੇਲੇ 6 ਬੱਚਿਆਂ ਨੂੰ ਭੁੱਲ ਜਾਂਦਾ ਹੈ ਤੇ 7ਵੇਂ ਬੱਚੇ ਦਾ ਨਾਮ ਮੁਖ ਚੋਂ ਨਿਕਲਣ ਲੱਗ ਪੈਂਦਾ। ਨਾਰਾਇਣ ਨਾਰਾਇਣ ਕਰਕੇ ਪੁਕਾਰਦਾ ਹੈ, ਕਹਿੰਦਾ ਹੈ ਪੁੱਤ ਨਾਰਾਇਣ ਮੇਰੀ ਗੱਲ ਸੁਣ, ਪੁੱਤ ਨਾਰਾਇਣ ਮੈਨੂੰ ਬਚਾ, ਪੁੱਤ ਨਾਰਾਇਣ ਮੈਨੂੰ ਪਾਣੀ ਦੇ। ਜਦੋਂ ਇਦਾਂ ਪੁਕਾਰਦਾ ਹੈ ਫਿਰ ਉਹਦੇ ਵਿੱਚੋਂ ਪੁੱਤਰ ਖਤਮ ਹੋ ਜਾਂਦਾ ਤੇ ਇਕੱਲਾ ਨਾਰਾਇਣ ਚੇਤੇ ਰਹਿ ਜਾਂਦਾ। ਫਿਰ ਨਾਰਾਇਣ ਕਰਦਾ, ਨਾਰਾਇਣ ਨਾਰਾਇਣ ਬੋਲਦਾ ਹੈ। ਜਿੱਦਾਂ ਜਿੱਦਾਂ ਨਾਰਾਇਣ ਨਾਰਾਇਣ ਬੋਲੀ ਜਾਂਦਾ ਉੱਚੀ ਉੱਚੀ, ਸੁਰਤੀ ਖਾਲਸਾ ਜੀ ਚੇਤਾ ਆ ਜਾਂਦਾ ਸਾਰਾ ਕਿ ਨਾਰਾਇਣ ਅਕਾਲ ਪੁਰਖ ਵਾਹਿਗੁਰੂ ਹੈ, ਉਹ ਰੱਬ ਹੈ ਜਿਹੜਾ ਮੈਨੂੰ ਬਚਾ ਸਕਦਾ ਹੈ। ਸੋ ਖਾਲਸਾ ਜੀ ਉਹ ਪੁੱਤਰ ਤੋਂ ਛੁੱਟ ਕੇ ਉਹ ਨਾਰਾਇਣ ਜਪਦਿਆਂ ਪਰਮੇਸ਼ਰ ਵਿੱਚ ਸੁਰਤੀ ਜੁੜ ਗਈ। ਜਦੋਂ ਮੌਤ ਹੋਈ ਖਾਲਸਾ ਜੀ ਬੇਬਾਨ ਲੈਣ ਵਾਸਤੇ ਆਇਆ ਸੀ। ਉਹਦੇ ਪਰਥਾਏ ਧੰਨ ਗੁਰੂ 9ਵੇਂ ਪਾਤਸ਼ਾਹ ਮਹਾਰਾਜ ਨੇ ਦੱਸਣਾ ਕੀਤਾ, ਅਜਾਮਲ ਪਾਪੀ ਜਗ ਜਾਣੇ, ਨਿਮਖ ਮਾਹੇ ਨਿਸਥਾਰਾ। ਇੱਕ ਅੱਖ ਦੇ ਫੋਰ ਤੋਂ ਪਹਿਲਾਂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੇ ਉਹਨੂੰ ਤਾਰ ਦਿੱਤਾ। ਸੋ ਖਾਲਸਾ ਜੀ ਅਸੀਂ ਵੀ ਮਹਾਰਾਜ ਦੀ ਬਾਣੀ ਪੜ੍ਹੀਏ, ਮਹਾਰਾਜ ਦਾ ਨਾਮ ਜਪੀਏ। ਸਤਿਗੁਰ ਦੇ ਨਾਮ ਵਿੱਚ ਵੱਡੀ ਬਰਕਤ ਹੈ ਖਾਲਸਾ ਜੀ। ਮਹਾਰਾਜ ਸੱਚੇ ਪਾਤਸ਼ਾਹ ਦੀ ਮਹਿਮਾ ਕੋਈ ਕਰ ਨਹੀਂ ਸਕਦਾ। ਸੋ ਸੱਚੇ ਪਾਤਸ਼ਾਹ ਦਾ ਨਾਮ ਜਪਿਆ ਖਾਲਸਾ ਜੀ ਭਵਜਲ ਤੋਂ ਪਾਰ ਹੋਇਆ ਜਾਂਦਾ ਹੈ। ਇਸ ਤੋਂ ਇਲਾਵਾ ਕੋਈ ਰਸਤਾ ਨਹੀਂ, ਹੋਰ ਕੋਈ ਰਾਹ ਨਹੀਂ, ਕੋਈ ਇਨਸਾਨ ਨਹੀਂ ਜਿਹੜਾ ਭਾਈ ਭਵਜਲ ਤੋਂ ਪਾਰ ਕਰਾ ਦੇਵੇ। ਕਿਉਂਕਿ ਸੰਸਾਰ ਦੇ ਸਾਰੇ ਪਦਾਰਥ ਭਾਈ ਕੋਈ ਰਾਜਾ ਵੀ ਦੇ ਸਕਦਾ ਹੈ, ਕੋਈ ਵੱਡਾ ਧਨਾੜ ਵੀ ਦੇ ਸਕਦਾ ਹੈ, ਪਰ ਮੁਕਤੀ ਤੇ ਚਰਨਾ ਕਮਲਾਂ ਦੀ ਪ੍ਰੀਤ ਇਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਨਹੀਂ ਕੋਈ ਦੇ ਸਕਦਾ, ਉਸ ਗੁਰੂ ਤੋਂ ਬਿਨਾਂ ਨਹੀਂ ਕੋਈ ਦੇ ਸਕਦਾ। ਸੋ ਸਾਨੂੰ ਵੀ ਭਾਈ ਮਹਾਰਾਜ ਦਾ ਹੁਕਮ ਹੈ ਅੰਮ੍ਰਿਤ ਵੇਲੇ ਜਾਗਣ ਦਾ, ਬਾਣੀ ਪੜ੍ਹਨ ਦਾ, ਜਪਣ ਦਾ ਖਾਲਸਾ ਜੀ। ਜੇ ਅਸੀਂ ਬਾਣੀ ਪੜਾਂਗੇ, ਨਾਮ ਜਪਾਂਗੇ, ਕਮਾਵਾਂਗੇ, ਓਨਾ ਹੀ ਧਨ ਸਾਡੇ ਕੋਲ ਇਕੱਠਾ ਹੋਵੇਗਾ। ਉਹ ਧਨ ਫਿਰ ਅੱਗੇ ਜਾ ਕੇ ਸਾਡੇ ਕੰਮ ਆਵੇਗਾ। ਕਿਉਂਕਿ ਕੀਤੇ ਹੋਏ ਪੁੰਨ ਕਰਮ ਕਾਂਡ ਜਿਹੜੇ ਨੇ ਉਹ ਤਾਂ ਜੰਮ ਖੋਹ ਲੈਂਦੇ ਨੇ, ਪਰ ਜਿਹੜਾ ਨਾਮ ਹੁੰਦਾ ਹੈ ਇਹਨੂੰ ਚੋਰ ਨਹੀਂ ਪੈਂਦਾ। ਨਾਮ ਨੂੰ ਕੋਈ ਖੋਹ ਨਹੀਂ ਸਕਦਾ, ਨਾਮ ਲੁੱਟਿਆ ਨਹੀਂ ਜਾਂਦਾ। ਇਹ ਅਕਾਲ ਪੁਰਖ ਵਾਹਿਗੁਰੂ ਦੇ ਸੱਚੇ ਪਾਤਸ਼ਾਹ ਦੇ ਦਰੋਂ ਭਾਈ ਕਮਾਇਆ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਮਿਹਰਾਂ ਕਰਨ, ਸਾਨੂੰ ਵੀ ਨਾਮ ਦੀ ਕਮਾਈ ਸੱਚੇ ਪਾਤਸ਼ਾਹ ਬਖਸ਼ਣ ਖਾਲਸਾ ਜੀ। ਕਿਉਂਕਿ ਨਾਮ ਤੋਂ ਬਿਨਾਂ ਕੋਈ ਵੀ ਤਰ ਨਹੀਂ ਸਕਦਾ। ਏਡੇ ਏਡੇ ਵੱਡੇ ਪਾਪੀ ਜਿਨ੍ਹਾਂ ਨੂੰ ਬਾਣੀ ਨੇ ਪਾਪੀ ਆਖਿਆ ਹੈ, ਉਹ ਵੀ ਮਹਾਰਾਜ ਦਾ ਨਾਮ ਜਪ ਕੇ ਪਾਲ ਵਿੱਚ ਹੀ ਖਾਲਸਾ ਜੀ ਪਾਰ ਹੋ ਗਏ। ਸੋ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰਨ, ਅਸੀਂ ਵੀ ਮਹਾਰਾਜ ਕੋਲੋਂ ਮਹਾਰਾਜ ਦੇ ਨਾਮ ਦੀ ਕਮਾਈ ਮੰਗੀਏ। ਕਿਉਂਕਿ ਖਾਲਸਾ ਜੀ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਹੈ ਉਹਨਾਂ ਦੀ ਮਾਇਆ ਦਾਸੀ ਹੈ।
ਲక్ష్ਮੀ ਉਹਨਾਂ ਦੀ ਦਾਸੀ ਹੈ ਖਾਲਸਾ ਜੀ। ਇਸ ਕਰਕੇ ਅਸੀਂ ਪਦਾਰਥਾਂ ਪਿੱਛੇ ਭੱਜਦੇ ਹਾਂ। ਜਿਹੜਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਹੱਥ ਵਿੱਚ ਸਾਰੀਆਂ ਕਲਾ ਨੇ, ਸਾਰਾ ਧਨ ਪਦਾਰਥ ਹੈ, ਸ੍ਰਿਸ਼ਟੀ ਦੀ ਸਾਰੀ ਮਾਇਆ ਜਿਸ ਦੇ ਚਰਨਾਂ ਕਮਲਾਂ ਵਿੱਚ ਵਸਦੀ ਹੈ, ਉਹਨੂੰ ਅਸੀਂ ਭੁੱਲ ਜਾਂਦੇ ਹਾਂ। ਜਿਹੜਾ ਪਰਮੇਸ਼ਰ ਨੂੰ ਯਾਦ ਕਰਦਾ, ਚੇਤੇ ਰੱਖਦਾ, ਮਹਾਰਾਜ ਤੋਂ ਬਿਨਾਂ ਕਿਸੇ ਅੱਗੇ ਸਿਰ ਨਹੀਂ ਨਵਾਉਂਦਾ, ਸਤਿਗੁਰੂ ਸੱਚੇ ਪਾਤਸ਼ਾਹ ਨੂੰ ਕਿਸੇ ਪਾਸਿਓਂ ਊਣਾ ਨਹੀਂ ਰਹਿਣ ਦਿੰਦੇ। ਅਸੀਂ ਤਾਂ ਭਾਈ ਦੁਖੀ ਹਾਂ ਕਿਉਂਕਿ ਅਸੀਂ ਥਾਂ ਥਾਂ ਦੇ ਪੁਜਾਰੀ ਹਾਂ। ਇੱਕ ਦੇ ਪੁਜਾਰੀ ਬਣੀਏ, ਸਤਿਗੁਰੂ ਜੀ ਜ਼ਰੂਰ ਬਾਂਹ ਫੜਨਗੇ। ਸੋ ਧੰਨ ਬਾਬਾ ਦੀਪ ਸਿੰਘ ਸਾਹਿਬ ਦੀ ਰਹਿਮਤ ਕਿਰਪਾ ਸਦਕਾ ਖਾਲਸਾ ਜੀ ਆਪ ਜੀ ਨਾਲ ਜੋ ਹੱਡ ਬੀਤੀਆਂ ਸਾਂਝੀਆਂ ਕਰਦੇ ਹਾਂ। ਅੱਜ ਦੀ ਜਿਹੜੀ ਹੱਡ ਬੀਤੀ ਹੈ ਖਾਲਸਾ ਜੀ, ਇੱਕ ਭੈਣ ਨੇ ਆਪਣੀ ਹੱਡ ਬੀਤੀ ਸੁਣਾਉਣਾ ਕੀਤੀ ਹੈ। ਭੈਣ ਨੇ ਖਾਲਸਾ ਜੀ ਦੱਸਣਾ ਕੀਤਾ ਹੈ ਕਿ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਦੀ ਉਹਨਾਂ ਤੇ ਕਿਰਪਾ ਹੋਈ, ਕਿਵੇਂ ਬਾਬਾ ਦੀਪ ਸਿੰਘ ਸਾਹਿਬ ਨੇ ਉਹਦੀ ਝੋਲੀ ਭਰੀ। ਭੈਣ ਜੀ ਕਹਿੰਦੇ ਕਿ ਮੈਂ ਘਰ ਦੇ ਵਿੱਚ ਵੱਡੀ ਹਾਂ ਤੇ ਮਾਪਿਆਂ ਦੀ ਇਕੱਲੀ ਇਕੱਲੀ ਧੀ ਸਾਂ। ਧੰਨ ਬਾਬਾ ਦੀਪ ਸਿੰਘ ਸਾਹਿਬ ਦੀ ਉਸਤਤੀ ਸਾਡੇ ਘਰ ਵਿੱਚ ਸ਼ੁਰੂ ਤੋਂ ਹੁੰਦੀ ਹੈ। ਸਾਡੀ ਦਾਦਾ ਦਾਦੀ ਜੀ ਜਿਹੜੇ ਸੀ, ਉਹ ਧੰਨ ਬਾਬਾ ਦੀਪ ਸਿੰਘ ਸਾਹਿਬ ਦਾ ਬੜਾ ਪ੍ਰੇਮ ਕਰਦੇ ਸੀ। ਘਰ ਵਿੱਚ ਜੋਤ ਜਗਦੀ ਸੀ, ਨਾਮ ਜਪਦੇ ਸੀ। ਜਦੋਂ ਸਾਡੇ ਘਰ ਮਹਾਰਾਜ ਦੀ ਕਿਰਪਾ ਹੋਈ, ਮੇਰਾ ਜਨਮ ਹੋਇਆ ਤੇ ਮੇਰੇ ਜਨਮ ਨੂੰ 4-5 ਸਾਲ ਹੋ ਗਏ ਸੀ। ਮੈਨੂੰ ਨਹੀਂ ਸੀ ਇਸ ਗੱਲ ਦਾ ਪਤਾ। ਮੈਨੂੰ ਬਾਅਦ ਵਿੱਚ ਪਤਾ ਲੱਗਾ ਕਿ ਜਦੋਂ ਮੇਰਾ ਜਨਮ ਹੋਇਆ, ਉਸ ਵੇਲੇ ਡਾਕਟਰਾਂ ਨੇ ਮੇਰੀ ਮਾਤਾ ਜੀ ਨੂੰ ਕਹਿ ਦਿੱਤਾ ਸੀ ਵੀ ਹੁਣ ਤੁਹਾਡੇ ਤੋਂ ਅੱਗੇ ਕੋਈ ਬੱਚਾ ਨਹੀਂ ਹੋ ਸਕਦਾ, ਵੀ ਜੇ ਕੋਈ ਬੱਚਾ ਤੁਸੀਂ ਕਰੋਗੇ ਤਾਂ ਤੁਹਾਨੂੰ ਦਿੱਕਤ ਪਰੇਸ਼ਾਨੀ ਹੋਵੇਗੀ, ਬੇਸ਼ੱਕ ਤੁਹਾਡੀ ਇਹਦੇ ਵਿੱਚ ਮੌਤ ਵੀ ਹੋ ਸਕਦੀ ਹੈ। ਇੱਦਾਂ ਡਾਕਟਰਾਂ ਨੇ ਕਹਿ ਦਿੱਤਾ ਸੀ। ਇਹ ਡਰ ਤੋਂ ਘਰਦਿਆਂ ਨੇ ਫਿਰ ਉਸ ਤੋਂ ਬਾਅਦ ਕਦੇ ਕੋਈ ਬੱਚੇ ਦੀ ਆਸ ਨਹੀਂ ਰੱਖੀ। ਤੇ ਭੈਣ ਕਹਿੰਦੀ ਕਿ ਮੇਰੇ ਮਨ ਵਿੱਚ ਸੀ ਕਿ ਮੇਰਾ ਵੀ ਕੋਈ ਭਾਈ ਹੋਵੇ, ਮੇਰਾ ਵੀ ਕੋਈ ਵੀਰ ਹੋਵੇ। ਕਹਿੰਦੀ ਵੀ ਮੈਂ ਜਦੋਂ ਥੋੜ੍ਹੀ ਜਿਹੀ ਹੋਸ਼ ਸੰਭਾਲੀ, ਸਕੂਲ ਜਾਣ ਲੱਗ ਪਈ, ਮੈਂ 12 ਕੁ ਸਾਲਾਂ ਦੀ ਹੋਈ, ਉਸ ਵੇਲੇ ਮੈਂ ਆਪਣੀ ਦਾਦੀ ਜੀ ਨੂੰ ਪੁੱਛਿਆ ਕਿ ਤੁਸੀਂ ਜੋਤ ਕਿਉਂ ਜਗਾਉਂਦੇ ਹੋ? ਤੇ ਮੇਰੀ ਦਾਦੀ ਜੀ ਨੇ ਦੱਸਿਆ ਸੀ ਵੀ ਅਸੀਂ ਬਾਬਾ ਦੀਪ ਸਿੰਘ ਸਾਹਿਬ ਦੀ ਜੋਤ ਤਾਂ ਲਾਉਂਦੇ ਹਾਂ ਕਿ ਇੱਥੇ ਸ਼ਹੀਦਾਂ ਸਿੰਘਾਂ ਦੇ ਪਹਿਰੇ ਰਹਿੰਦੇ ਨੇ। ਖਾਲਸਾ ਜੀ, ਇਹ ਕੋਈ ਨਵੀਂ ਗੱਲ ਨਹੀਂ। ਅੱਜ ਕਈ ਕਹਿੰਦੇ ਨੇ ਕਿ ਆ ਥੋੜ੍ਹੇ ਜਿਹੇ ਦਿਨ ਤੋਂ ਚੁਪਹਿਰਾ ਸਾਹਿਬ ਚੱਲਿਆ, ਥੋੜ੍ਹੇ ਸਾਲਾਂ ਤੋਂ ਜਾਂ ਥੋੜ੍ਹੇ ਸਾਲਾਂ ਤੋਂ ਸ਼ਹੀਦਾਂ ਦੀ ਕੋਈ ਜੋਤ ਜਗਣੀ ਸ਼ੁਰੂ ਹੋਈ। ਨਹੀਂ, ਇਹ ਪੁਰਾਣੇ ਸਿੰਘ ਜਿਹੜੇ ਸੀ ਖਾਲਸਾ ਜੀ, ਸਾਰੇ ਹੀ ਜਗਾਉਂਦੇ ਸੀ। ਜਿਸ ਵੇਲੇ ਛੋਟੇ ਸਾਹਿਬਜ਼ਾਦੇ ਧੰਨ ਬਾਬਾ ਜੀ ਬਾਬਾ ਜ਼ੋਰਾਵਰ ਸਿੰਘ ਸਾਹਿਬ, ਧੰਨ ਬਾਬਾ ਜੀ ਬਾਬਾ ਫਤਿਹ ਸਿੰਘ ਸਾਹਿਬ ਜੀ ਜਦੋਂ ਸ਼ਹੀਦੀ ਪਾ ਗਏ ਸਨ ਖਾਲਸਾ ਜੀ, ਉਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਉੱਥੇ ਖਾਲਸਾ ਜੀ ਜਿਹੜਾ ਨੂਰਾ ਮਾਹੀ ਸੀ, ਉਹਦੀ ਭੈਣ ਸ਼ਾਇਦ ਲੱਗਦੀ ਸੀ ਖਾਲਸਾ ਜੀ ਉਹ, ਕਿ ਉਹ ਉਸ ਜਗ੍ਹਾ 'ਤੇ ਦੀਵਾ ਜਗਾਉਂਦੀ ਸੀ। ਉਹ ਸ਼ਹੀਦਾਂ ਸਿੰਘਾਂ ਦੇ ਅਸਥਾਨ 'ਤੇ ਉਦੋਂ ਤੋਂ ਘਿਓ ਦਾ ਦੀਵਾ ਜਗਾਉਣਾ ਸ਼ੁਰੂ ਕੀਤਾ ਸੀ। ਅਤੇ ਖਾਲਸਾ ਜੀ ਸ਼ਾਇਦ ਤੁਸੀਂ ਉਹ ਫਿਲਮ ਵਿੱਚ ਦੇਖਿਆ ਵੀ ਹੈ। ਬਹੁਤ ਸਮਾਂ ਉਹ ਥੋੜ੍ਹਾ ਜਿਹਾ ਉਹਨਾਂ ਨੇ ਦੱਸਿਆ ਖਾਲਸਾ ਜੀ, ਪੁਰਾਣੇ ਸਮੇਂ ਵਿੱਚ ਦੱਸਦੇ ਸਨ ਸਿੰਘ ਪੁਰਾਤਨ ਕਿ ਉਦੋਂ ਤੱਕ ਉਸ ਜਗ੍ਹਾ ਦੇ ਵਿੱਚੋਂ ਵਾਹਿਗੁਰੂ ਦੇ ਸਿਮਰਨ ਦੀਆਂ ਜਿਹੜੀਆਂ ਆਵਾਜ਼ਾਂ ਆਉਂਦੀਆਂ ਸੀ, ਜਿਵੇਂ ਬੱਚੇ ਸਿਮਰਨ ਜਾਪ ਕਰਦੇ ਨੇ, ਉਹ ਉਦੋਂ ਤੱਕ ਕਹਿੰਦੇ ਸੀ ਵੀ ਇੱਥੇ ਸ਼ਹੀਦਾਂ ਸਿੰਘਾਂ ਦਾ ਵਾਸਾ ਹੈ, ਧੰਨ ਬਾਬਾ ਫਤਿਹ ਸਿੰਘ ਸਾਹਿਬ ਦਾ ਖੁਦ ਵਾਸਾ ਹੈ। ਸੋ ਖਾਲਸਾ ਜੀ, ਪਿੱਛੇ ਜੇ ਸਾਨੂੰ ਇੱਕ ਸਿੰਘ ਵੀ ਮਿਲਿਆ ਸੀ, ਉਹਦੇ ਨਾਲ ਵਿਚਾਰਾਂ ਕਰਦਿਆਂ ਮਹਾਰਾਜ ਦੀ ਕਿਰਪਾ ਸਦਕਾ ਪਤਾ ਲੱਗਾ, ਉਹਨਾਂ ਨੇ ਸਾਨੂੰ ਦੱਸਣਾ ਕੀਤਾ ਕਿ ਜਦੋਂ ਕੋਈ ਜਿਹੜਾ ਬੰਦਾ ਬਹੁਤ ਪ੍ਰੇਮ ਸ਼ਹੀਦਾਂ ਸਿੰਘਾਂ ਨਾਲ ਕਰਦਾ ਹੈ, ਜੇ ਉਹ ਫਤਿਹਗੜ੍ਹ ਸਾਹਿਬ ਜਾਵੇ ਤੇ ਜਿੱਥੇ ਉਹ ਖਾਲਸਾ ਜੀ ਦੀਵਾਰ ਹੈ, ਜਿੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਚਿਣਿਆ ਗਿਆ ਸੀ, ਜਿਹੜੀ ਜਗ੍ਹਾ 'ਤੇ, ਉਸ ਜਗ੍ਹਾ 'ਤੇ ਭੋਰਾ ਸਾਹਿਬ ਵਿੱਚ ਖਾਲਸਾ ਜੀ ਜੇ ਕੋਈ ਅਭਿਆਸੀ ਹੋਵੇ, ਅਭਿਆਸ ਕਰਨ ਵਾਲਾ, ਤੇ ਜੇ ਕੋਈ ਉੱਥੇ ਸਿਮਰਨ ਅਭਿਆਸ ਕਰੇ, ਅਭਿਆਸੀ, ਇਹ ਨਹੀਂ ਵੀ ਜਿਹਨੇ ਸਾਰੀ ਉਮਰ ਜਪਿਆ ਨਹੀਂ ਉਹ ਜਾ ਕੇ ਭੋਰਾ ਸਾਹਿਬ 'ਚ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਪਏ ਤੇ ਉਹਨੂੰ ਸੁਣ ਜੂਗਾ, ਇੱਦਾਂ ਨਹੀਂ। ਹਾਂ, ਕਿਰਪਾ ਮਹਾਰਾਜ ਅਕਾਲ ਪੁਰਖ ਦੀ ਹੋ ਸਕਦੀ ਹੈ, ਮਹਾਰਾਜ ਦੀ ਮੌਜ ਹੈ ਭਾਈ, ਕਿਸੇ ਨੂੰ ਵੀ ਦੇ ਸਕਦਾ, ਕਿਸੇ ਖਾਲੀ ਨੂੰ ਵੀ ਮਹਾਰਾਜ ਭਰ ਸਕਦਾ। ਇਹ ਮਹਾਰਾਜ ਦੇ ਹੱਥ ਹੈ, ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ। ਪਰ ਅਭਿਆਸੀ ਬੰਦੇ ਨੂੰ ਛੇਤੀ ਸਰਵਣ ਹੁੰਦਾ ਹੈ। ਉਹ ਕਹਿੰਦਾ ਵੀ ਸਾਡੇ ਨਾਲ ਅਭਿਆਸੀ ਸਿੰਘ ਰਹਿੰਦੇ ਸੀ, ਉਹ ਜਦੋਂ ਭੋਰਾ ਸਾਹਿਬ ਵਿੱਚ ਸਿਮਰਨ ਕਰਦੇ ਸੀ, ਅੱਗੋਂ ਫਿਰ ਛੋਟੇ ਸਾਹਿਬਜ਼ਾਦਿਆਂ ਦੀਆਂ ਆਵਾਜ਼ਾਂ ਆਉਂਦੀਆਂ ਸੀ ਸਿਮਰਨ ਕਰਨ ਦੀਆਂ। ਖਾਲਸਾ ਜੀ, ਜਿਵੇਂ ਆਪਾਂ ਅੱਜ ਵੀ ਗੁਰੂ ਘਰਾਂ ਦੇ ਵਿੱਚ ਸਤਨਾਮ ਵਾਹਿਗੁਰੂ ਕਹਿੰਦੇ ਹਾਂ ਤੇ ਪਿੱਛੇ ਸੰਗਤ ਬੋਲਦੀ ਹੈ, ਇੱਦਾਂ ਖਾਲਸਾ ਜੀ ਉੱਥੇ ਵਾਹਿਗੁਰੂ ਦੇ ਜਾਪ ਦੀ ਆਵਾਜ਼ ਆਉਂਦੀ ਸੀ। ਅੱਜ ਵੀ ਅਭਿਆਸੀ ਸਿੰਘਾਂ ਨੂੰ ਸੁਣਦੀ ਹੈ। ਅੱਜ ਵੀ ਕਈਆਂ ਨਾਲ ਖੇਡਾਂ ਹੁੰਦੀਆਂ, ਕਈਆਂ ਨੂੰ ਬਾਬਾ ਫਤਿਹ ਸਿੰਘ ਸਾਹਿਬ ਦੇ ਦਰਸ਼ਨ ਹੁੰਦੇ। ਖਾਲਸਾ ਜੀ ਵੱਡੇ ਸ਼ਹੀਦ ਹੋਏ ਨੇ ਆਪਣੇ ਪੰਥ ਦੇ। ਕਲਗੀਧਰ ਪਾਤਸ਼ਾਹ ਮਹਾਰਾਜ ਦੇ ਜਿਗਰ ਦੇ ਟੋਟੇ ਸਨ, ਜਿਨ੍ਹਾਂ ਨੇ ਸ਼ਹੀਦੀ ਪਾ ਕੇ ਪੰਥ ਨੂੰ ਉੱਚਿਆਂ ਕੀਤਾ ਹੈ। ਸਾਡੇ ਵਾਸਤੇ ਖਾਲਸਾ ਜੀ ਪੂਰਨੇ ਪਾਉਣਾ ਕੀਤੇ। ਸੋ ਉਹ ਭੈਣ ਕਹਿੰਦੀ ਕਿ ਜਦੋਂ ਮੇਰੇ ਮਨ ਵਿੱਚ ਵੀ ਇਹ ਲਾਲਸਾ ਆਈ ਵੀ ਮੇਰਾ ਵੀ ਵੀਰ ਹੋਵੇ, ਤੇ ਸਾਰਾ ਕੁਝ ਮੇਰੀ ਦਾਦੀ ਜੀ ਨੇ ਸਾਨੂੰ ਸੁਣਾਉਣਾ, ਇੱਦਾਂ ਛੋਟੇ ਸਾਹਿਬਜ਼ਾਦੇ ਸ਼ਹੀਦ ਹੁੰਦੇ ਆ, ਜਦੋਂ ਅਸੀਂ ਸਿਮਰਨ ਕਰਦੇ ਹਾਂ ਸ਼ਹੀਦਾਂ ਸਿੰਘਾਂ ਦੇ ਦਰਸ਼ਨ ਹੁੰਦੇ ਆ, ਇਹ ਜੋਤ ਦੇ ਆਲੇ ਦੁਆਲੇ ਫੌਜ ਘੁੰਮਦੀ ਆ, ਆਪਾਂ ਜਦੋਂ ਸਿਮਰਨ ਕਰਦੇ ਹਾਂ ਜੋ ਵੀ ਮੰਗਣਾ ਹੋਵੇ ਉਹ ਸ਼ਹੀਦਾਂ ਸਿੰਘਾਂ ਤੋਂ ਮਿਲ ਜਾਂਦਾ। ਉਹ ਭੈਣ ਕਹਿੰਦੀ ਮੇਰੇ ਛੋਟੇ ਹੁੰਦਿਆਂ ਮਨ ਦੇ ਵਿੱਚ ਗੱਲ ਬਹਿ ਗਈ ਵੀ ਮੈਂ ਜੋਤ ਦੇ ਕੋਲ ਜਾ ਕੇ ਅਰਦਾਸ ਕਰਨੀ ਹੈ, ਵੀ ਕਿ ਮੈਂ ਆਪਣੀ ਦਾਦੀ ਜੀ ਕੋਲੋਂ ਮੂਲ ਮੰਤਰ ਸਿੱਖਿਆ, ਜਪਜੀ ਸਾਹਿਬ ਦਾ ਪਾਠ ਕੰਠ ਕੀਤਾ,
ਸੋ ਕਹਿੰਦਾ ਫਿਰ ਮੈਂ ਜੋਤ ਦੇ ਕੋਲ ਨਾ ਬੈਠ ਕੇ ਅਰਦਾਸਾਂ ਕਰਨੀਆਂ ਕਿ ਸ਼ਹੀਦੋ ਸਿੰਘੋ, ਮੇਰੀ ਦਾਦੀ ਕਹਿੰਦੀ ਆ ਕਿ ਤੁਸੀਂ ਆ ਜੋਤ ਦੇ ਆਸੇ-ਪਾਸੇ ਰਹਿੰਦੇ ਹੋ। ਕਲਗੀਧਰ ਪਾਤਸ਼ਾਹ ਜੀ ਤੁਹਾਡੇ ਸਿੰਘ ਜੋਤ ਦੇ ਕੋਲ ਰਹਿੰਦੇ ਆ, ਇੱਥੇ ਪਹਿਰੇ ਹੁੰਦੇ ਆ ਫੌਜ ਦੇ। ਜੇ ਤੁਸੀਂ ਮੈਨੂੰ ਸੁਣਦੇ ਹੋ ਤੇ ਮੈਨੂੰ ਇੱਕ ਵੀਰ ਦਿਓ, ਮਹਾਰਾਜ ਕਿਰਪਾ ਕਰੋ। ਕਹਿੰਦੀ ਮੈਂ ਇਦਾਂ ਕਹਿਣ ਲੱਗ ਪਈ। ਮੈਂ 12 ਕੁ ਸਾਲਾਂ ਦੀ ਸਾਂ ਜਦੋਂ ਮੈਨੂੰ ਇਹ ਸਾਰਾ ਪਤਾ ਲੱਗ ਗਿਆ। ਉਹ ਭੈਣ ਕਹਿੰਦੀ ਮੈਂ ਜਪਜੀ ਸਾਹਿਬ ਦਾ ਪਾਠ ਕਰਨਾ, ਮੈਂ ਸਕੂਲੋਂ ਆਉਣਾ, ਮੈਨੂੰ ਚਾਅ ਹੋਣਾ ਮੈਂ ਪਾਠ ਕਰਨਾ ਘਰੇ ਜਾ ਕੇ, ਮੈਂ ਆਪਣੀ ਦਾਦੀ ਜੀ ਕੋਲ ਬੈਠ ਕੇ ਪਾਠ ਕਰਨਾ। ਕਈ ਵਾਰੀ ਉਹਨਾਂ ਨੇ ਕਹਿਣਾ ਸਾਨੂੰ ਸੁਣਾ, ਸਵੇਰੇ ਵੀ ਮੈਂ ਪਾਠ ਕਰਕੇ ਜਾਣਾ। ਮੂਲ ਮੰਤਰ ਮੈਂ ਸਕੂਲੇ ਵੀ ਜਪਦੀ ਰਹੀ। ਕਹਿੰਦੀ ਮੈਂ ਫਿਰ ਮੇਰੇ ਨਾਲ ਇਹ ਵੀ ਹੁੰਦਾ ਕਿ ਜਿੰਨਾ ਵੀ ਮੈਂ ਪੜ੍ਹੀ ਆ ਅੱਜ ਤੱਕ, ਜਿੰਨੀ ਵੀ ਮੈਂ ਸਟੱਡੀ ਕੀਤੀ ਆ, ਮੈਂ ਕਦੇ ਫੇਲ ਨਹੀਂ ਹੋਈ। ਪਹਿਲਾਂ ਮੈਂ ਨਲਾਇਕ ਹੁੰਦੀ ਸਾਂ, ਪਰ ਮੇਰੀ ਦਾਦੀ ਨੇ ਮੈਨੂੰ ਕਿਹਾ ਪੁੱਤ ਤੂੰ ਮੂਲ ਮੰਤਰ ਦਾ ਜਾਪ ਕਰਿਆ ਕਰ, ਵੇਖੀ ਬਾਬਾ ਜੀ ਤੈਨੂੰ ਆਪੇ ਵਿਦਿਆ ਬਖਸ਼ਣਗੇ। ਕਿਉਂਕਿ ਖਾਲਸਾ ਜੀ ਸਾਰੀਆਂ ਵਿਦਿਆ ਜਿਹੜੀਆਂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਹੱਥ ਵਿੱਚ ਹੈ, ਮਹਾਰਾਜ ਸੱਚੇ ਪਾਤਸ਼ਾਹ ਦੇ ਬਣਾਈਆਂ ਹੋਈਆਂ ਵਿਦਿਆ ਨੇ। ਕਿਉਂਕਿ ਮਹਾਰਾਜ ਦੀ ਬਣਾਈ ਹੋਈ ਬਾਣੀ ਹੈ ਖਾਲਸਾ ਜੀ ਹਰ ਪ੍ਰਕਾਰ ਦੀ। ਚਾਹੇ ਕਰੋੜਾਂ ਹੀ ਲੋਕ, ਕਰੋੜਾਂ ਹੀ ਜਾਨਵਰ, ਜੀਵ ਜੰਤੂ ਸਭ ਬੋਲੀ ਬੋਲਦੇ ਨੇ, ਸਭ ਪਰਮੇਸ਼ਰ ਦੀਆਂ ਬਣਾਈਆਂ ਹੋਈਆਂ। ਕੇਤੀਆ ਬਾਣੀ, ਕੇਤੀਆ ਖਾਣੀ, ਮਹਾਰਾਜ ਦੀ ਬਾਣੀ ਵਿੱਚ ਵੀ ਬਚਨ ਆਉਂਦੇ ਨੇ। ਪਤਾ ਨਹੀਂ ਕਿੰਨੀਆਂ ਕੁ ਖਾਣੀਆਂ ਪਰਮੇਸ਼ਰ ਨੇ ਪੈਦਾ ਕੀਤੀਆਂ ਤੇ ਕਿੰਨੀਆਂ ਕੀ ਬਾਣੀਆਂ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਨੇ ਪੈਦਾ ਕੀਤੀਆਂ। ਸੋ ਇਵੇਂ ਖਾਲਸਾ ਜੀ ਉਹ ਭੈਣ ਕਹਿੰਦੀ ਮੈਂ ਜਦੋਂ ਵੀ ਮੂਲ ਮੰਤਰ ਕਰਨਾ, ਮਹਾਰਾਜ ਦੀ ਐਸੀ ਕਿਰਪਾ ਹੋਈ ਮੈਨੂੰ ਆਪਣੇ ਆਪ ਆ ਜਾਂਦਾ ਸੀ ਸਾਰਾ ਕੁਝ। ਮੈਂ ਇੱਕ ਵਾਰ ਪੜ੍ਹਦੀ ਸਾਂ ਤੇ ਮੈਨੂੰ ਯਾਦ ਹੋ ਜਾਂਦਾ ਸੀ। ਇਹ ਕਿਰਪਾ ਸ਼ਹੀਦਾਂ ਸਿੰਘਾਂ ਦੀ ਸੀ ਮੇਰੇ ਉੱਪਰ। ਕਹਿੰਦੀ ਜਦੋਂ ਮੈਂ 12 ਕੁ ਸਾਲ ਦੀ ਹੋਈ ਉਸ ਤੋਂ ਬਾਅਦ ਮੈਂ ਜੋਤ ਦੇ ਕੋਲ ਬੈਠ ਕੇ ਪਾਠ ਕਰਨ ਲੱਗ ਪਈ, ਜਾਪ ਅਭਿਆਸ ਕਰਨਾ। ਐਸੀ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ। ਮੈਂ ਆਪਣੀ ਮਾਤਾ ਜੀ ਨੂੰ ਕਿਹਾ ਮੰਮੀ ਕਿ ਮੈਨੂੰ ਇੱਕ ਵੀਰ ਚਾਹੀਦਾ ਤੇ ਆਪਾਂ ਨੂੰ ਮੈਨੂੰ ਵੀਰ ਲੈ ਕੇ ਦਿਓ, ਬਾਬਾ ਜੀ ਕੋਲ ਤੁਸੀਂ ਵੀ ਅਰਦਾਸ ਕਰਿਆ ਕਰੋ। ਤੇ ਮੇਰੀ ਮਾਤਾ ਮੈਨੂੰ ਕਹਿਣ ਲੱਗੀ ਕਿ ਪੁੱਤ ਜਾਂ ਤੇ ਤੈਨੂੰ ਵੀਰ ਮਿਲੇਗਾ ਜਾਂ ਫਿਰ ਮੈਂ ਚਲੀ ਜਾਵਾਂਗੀ। ਤੇ ਕਹਿੰਦੀ ਮੈਂ ਆਪਣੀ ਮਾਂ ਨੂੰ ਕਿਹਾ ਕਿ ਮਾਂ ਤੂੰ ਵੀ ਮੈਨੂੰ ਚਾਹੀਦੀ ਆ ਤੇ ਵੀਰ ਵੀ ਮੈਨੂੰ ਚਾਹੀਦਾ। ਖਾਲਸਾ ਜੀ ਇਹ ਪੁਰਾਣੀ ਗੱਲ ਹੈ। ਬਾਬਾ ਦੀਪ ਸਿੰਘ ਸਾਹਿਬ ਬਾਰੇ ਤਾਂ ਲੋਕਾਂ ਨੂੰ ਹੁਣ ਪਤਾ ਲੱਗਾ ਹੈ। ਉਹ ਪੁਰਾਣੀ ਗੱਲ ਕਰਦੇ ਆ ਆਪਾਂ, ਅੱਜ ਤੋਂ ਕੁਝ 15-20 ਸਾਲ ਪਹਿਲਾਂ ਦੀ ਗੱਲ ਕਰਦੇ ਪਏ ਆ, ਜਿਸ ਵੇਲੇ ਲੋਕਾਂ ਨੂੰ ਪਤਾ ਨਹੀਂ ਸੀ ਹੁੰਦਾ। ਇਹ ਉਦੋਂ ਦੀ ਹੱਡ ਬੀਤੀ ਹੈ। ਹੁਣ ਤਾਂ ਉਹ ਕਾਫੀ ਭੈਣ ਹੁਣੀ ਮੇਰੇ ਤੋਂ ਵੀ ਵੱਡੇ ਨੇ ਤੇ ਉਹ ਕਹਿੰਦੇ ਕਿ ਜਦੋਂ ਮਹਾਰਾਜ ਦੀ ਕਿਰਪਾ ਹੋਈ, ਮੈਂ 12 ਸਾਲਾਂ ਦੀ ਸੀ ਜਦੋਂ ਮੈਂ ਜਾਪ ਰੱਖ ਲਏ ਵੀ ਮਹਾਰਾਜ ਮੈਂ ਜਿੰਨੇ ਕਰ ਸਕੀ ਮੈਂ ਕਰੂੰਗੀ, ਮੈਨੂੰ ਵੀਰ ਬਖਸ਼ੋ। ਐਸੀ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ। ਮੈਂ 15 ਸਾਲਾਂ ਦੀ ਸਾਂ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਦੀ ਰਹਿਮਤ ਕਿਰਪਾ ਸਦਕਾ ਮੈਨੂੰ ਵੀਰ ਪ੍ਰਾਪਤ ਹੁੰਦਾ। ਸੋ ਜਦੋਂ ਉਸ ਵੇਲੇ ਮੇਰੀ ਮਾਤਾ ਜੀ ਨੂੰ ਹਸਪੀਟਲ ਲੈ ਕੇ ਗਏ ਸੀ ਤੇ ਉਸ ਵੇਲੇ ਡਾਕਟਰਾਂ ਨੇ ਇਹ ਵੀ ਕਿਹਾ ਸੀ ਵੀ ਇਹਨੂੰ ਖਤਰਾ ਹੈ, ਵੀ ਅਸੀਂ ਇੱਕ ਜੀ ਨੂੰ ਬਚਾ ਸਕਦੇ ਹਾਂ, ਜਾਂ ਤੁਹਾਡੀ ਮਾਤਾ ਨੂੰ ਬਚਾ ਸਕਦੇ ਹਾਂ ਜਾਂ ਬੱਚੇ ਨੂੰ ਬਚਾ ਸਕਦੇ ਹਾਂ। ਤੇ ਕਹਿੰਦੀ ਜਦੋਂ ਇਹ ਉੱਥੇ ਗਏ ਤੇ ਮੈਂ ਜੋਤ ਦੇ ਕੋਲ ਬੈਠ ਕੇ ਪਾਠ ਕੀਤੇ, ਬਾਬਾ ਦੀਪ ਸਿੰਘ ਸਾਹਿਬ ਨੂੰ ਯਾਦ ਕੀਤਾ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਤੁਸੀਂ ਤੇ ਮੌਤ ਨੂੰ ਵੀ ਹਰਾਇਆ ਹੋਇਆ, ਕਿਰਪਾ ਕਰੋ ਮਹਾਰਾਜ ਆ ਜਿਹੜੀ ਸਾਡੇ ਘਰ ਦੇ ਵਿੱਚ ਹਾਲਾਤ ਬਣੇ ਇਹ 'ਤੇ ਵੀ ਮਿਹਰ ਕਰੋ। ਉਹ ਫਿਰ ਭੈਣ ਕਹਿੰਦੀ ਐਸੀ ਕਿਰਪਾ ਸ਼ਹੀਦਾਂ ਸਿੰਘਾਂ ਦੀ ਹੋਈ ਮੇਰੇ ਘਰ 15 ਸਾਲਾਂ ਬਾਅਦ, ਮੇਰੇ ਤੋਂ 15 ਸਾਲ ਛੋਟਾ ਹੈ ਮੇਰਾ ਵੀਰ ਮੇਰੇ ਘਰ ਆਉਂਦਾ। ਸੋ ਐਸੀ ਕਿਰਪਾ ਸ਼ਹੀਦਾਂ ਸਿੰਘਾਂ ਦੀ ਮੇਰੇ ਤੇ ਵਰਤੀ। ਸੋ ਖਾਲਸਾ ਜੀ ਜਿਨ੍ਹਾਂ ਨਾਲ ਖੇਡਾਂ ਹੁੰਦੀਆਂ ਸੋ ਮਹਾਰਾਜ ਦੀ ਬੇਅੰਤ ਕਿਰਪਾ ਹੁੰਦੀ। ਹੁਣ ਮੇਰੇ ਕੋਲ 10-12 ਹੱਡ ਬੀਤੀਆਂ ਆਈਆਂ ਨੇ ਜਿਹੜੀਆਂ ਬੰਦਾ ਸੁਣ ਕੇ ਹੈਰਾਨ ਹੋ ਜਾਏਗਾ, ਤੇ ਜੇ ਮੈਂ ਉਹ ਸੁਣਾਵਾਂ ਤੇ ਲੋਕਾਂ ਨੇ ਕਹਿਣਾ ਇਹ ਕਿਵੇਂ ਹੋ ਸਕਦਾ ਹੈ। ਤੇ ਉਹਨਾਂ ਨੇ ਮੈਨੂੰ ਸਿੱਧਾ ਸਿੱਧਾ ਕਿਹਾ ਕਿ ਨਾ ਸਾਡਾ ਨਾਮ ਦੱਸਣਾ ਹੈ, ਅਸੀਂ ਕੌਣ ਹੈ, ਨਾ ਸਾਡਾ ਕੋਈ ਕੰਟੈਕਟ ਨੰਬਰ ਦੱਸਣਾ ਹੈ, ਕਿਉਂਕਿ ਖਾਲਸਾ ਜੀ ਹਰ ਬੰਦੇ ਤੇ ਆਪੋ ਆਪਣੀ ਕਿਰਪਾ ਹੈ। ਹਰ ਬੰਦਾ ਆਪੋ ਆਪਣੇ ਵਿੱਚ ਗੁਪਤ ਰਹਿਣਾ ਚਾਹੁੰਦਾ ਹੈ। ਹੁਣ ਮੈਂ ਖੁਦ ਹਾਂ, ਜਿਸ ਦਿਨ ਆਪਾਂ ਕੋਈ ਆਪਣਾ ਅਸਲੀ ਰਾਜ ਖੋਲ੍ਹਦੇ ਹਾਂ, ਜਿੱਦਾਂ ਹੁਣ ਮੈਂ ਗੁਪਤ ਹਾਂ, ਮੇਰੀ ਕਿਸੇ ਨੇ ਸ਼ਕਲ ਨਹੀਂ ਦੇਖੀ, ਮੈਨੂੰ ਕੋਈ ਨਹੀਂ ਜਾਣਦਾ, ਜਿਸ ਦਿਨ ਮੈਂ ਆਪਣੀ ਸ਼ਕਲ ਸਾਹਮਣੇ ਆ ਜਾਵਾਂਗਾ ਖਾਲਸਾ ਜੀ ਪ੍ਰਭਾਵ ਘਟ ਜਾਂਦਾ। ਕਿਉਂਕਿ ਬੰਦੇ ਦਾ ਅੰਦਰਲਾ ਕੁਝ ਹੋਰ ਹੁੰਦਾ ਹੈ ਤੇ ਬਾਹਰੋਂ ਬੰਦਾ ਕੁਝ ਹੋਰ ਹੁੰਦਾ ਹੈ। ਸੰਸਾਰ ਬੰਦੇ ਨੂੰ ਬਾਹਰੋਂ ਦੇਖ ਕੇ ਤੱਕਦਾ ਹੈ, ਅੰਦਰਲੇ ਗੁਣ ਕੋਈ ਨਹੀਂ ਤੱਕਦਾ। ਇਹ ਸੰਸਾਰ ਦੀ ਫਿਤਰਤ ਹੈ। ਇਸ ਕਰਕੇ ਜਿਹੜਾ ਕਾਰਜ ਗੁਪਤ ਹੋਣਾ ਹੈ ਉਹ ਗੁਪਤ ਹੀ ਚੰਗਾ। ਸੋ ਮਹਾਰਾਜ ਦੀ ਕਿਰਪਾ ਸਦਕਾ ਉਸ ਭੈਣ ਨੂੰ 15 ਸਾਲਾਂ ਬਾਅਦ ਵੀਰ ਪ੍ਰਾਪਤ ਹੁੰਦਾ ਸ਼ਹੀਦਾਂ ਸਿੰਘਾਂ ਦੀ ਕਿਰਪਾ ਨਾਲ। ਫਿਰ ਉਹ ਭੈਣ ਨੇ ਦੱਸਿਆ ਕਿ ਅੱਜ ਮੈਂ ਕਈ ਇਹੋ ਜਿਹੇ ਜੀ ਨੇ ਜਿਨ੍ਹਾਂ ਦੇ ਘਰ ਪੁੱਤਰ ਨਹੀਂ ਸੀ, ਬੱਚੇ ਨਹੀਂ ਸੀ, ਔਲਾਦ ਨਹੀਂ ਸੀ। ਉਹਨਾਂ ਨੂੰ ਮੈਂ ਕਿਹਾ ਧੰਨ ਬਾਬਾ ਦੀਪ ਸਿੰਘ ਸਾਹਿਬ ਦੇ ਨਾਮ ਦੀ ਜੋਤ ਲਾਓ, ਉੱਥੇ ਜਾਪ ਕਰਿਆ ਕਰੋ, ਬਾਣੀ ਪੜ੍ਹਿਆ ਕਰੋ, ਬਾਬਾ ਦੀਪ ਸਿੰਘ ਸਾਹਿਬ ਤੇ ਭਰੋਸਾ ਰੱਖੋ, ਤੁਹਾਨੂੰ ਜ਼ਰੂਰ ਪੁੱਤਰ ਪ੍ਰਾਪਤ ਹੋਵੇਗਾ। ਸੋ ਮਹਾਰਾਜ ਦੀ ਐਸੀ ਕਹਿੰਦੀ ਕਿਰਪਾ ਹੋਈ ਕਿ ਮੇਰੇ ਹਿਸਾਬ ਨਾਲ ਮੈਂ 5-7 ਜੋੜੇ ਇਹੋ ਜਿਹੇ ਸੀ ਜਿਨ੍ਹਾਂ ਨੂੰ ਬਾਬਾ ਦੀਪ ਸਿੰਘ ਸਾਹਿਬ ਨਾਲ ਜੋੜਿਆ ਤੇ ਉਹਨਾਂ ਦੇ ਘਰ ਅੱਜ ਔਲਾਦ ਹੈ। ਕਿਸੇ ਨੂੰ 6 ਸਾਲ ਹੋ ਗਏ ਸੀ ਵਿਆਹ ਨੂੰ, ਕਿਸੇ ਨੂੰ 10 ਸਾਲ ਹੋ ਗਏ ਸੀ, ਕਿਸੇ ਨੂੰ ਇੱਦਾਂ। ਸੋ ਭੈਣ ਕਹਿੰਦੀ ਇੱਦਾਂ ਮੈਂ ਕਾਫੀ ਜੋੜਿਆਂ ਨੂੰ ਬਾਬਾ ਦੀਪ ਸਿੰਘ ਸਾਹਿਬ ਬਾਰੇ ਦੱਸਿਆ, ਆਪਣੀ ਜਿਹੜੀ ਸੁਣਾਉਣਾ ਕੀਤੀ, ਤੇ ਐਸੀ ਮਹਾਰਾਜ ਦੀ ਕਿਰਪਾ ਹੋਈ। ਕਈ ਉਮਰ ਦੇ ਨੇ, ਕਈਆਂ ਦੇ ਕਈ ਸਾਲ ਹੋ ਗਏ ਸੀ, ਔਲਾਦ ਨਹੀਂ ਸੀ,
ਪਰ ਉਹ ਬਾਬਾ ਦੀਪ ਸਿੰਘ ਸਾਹਿਬ ਦੇ ਨਾਮ ਦੀ ਜੋਤ ਲਾਉਣ ਲੱਗੇ, ਸ਼ਹੀਦਾਂ ਸਿੰਘਾਂ ਨੂੰ ਯਾਦ ਕਰਨ ਲੱਗੇ, ਕਲਗੀਧਰ ਪਾਤਸ਼ਾਹ ਮਹਾਰਾਜ ਦੇ ਚਰਨਾਂ ਕਮਲਾਂ ਨਾਲ ਜੁੜਨ ਲੱਗੇ। ਉਹਨਾਂ ਦੇ ਘਰ ਹਰ ਚੀਜ਼, ਹਰ ਸੁੱਖ ਪ੍ਰਾਪਤ ਹੋਇਆ। ਸੋ ਖਾਲਸਾ ਜੀ, ਮਹਾਰਾਜ ਦੇ ਘਰ ਸਭ ਕੁਝ ਹੈ। ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ। ਸਾਰਾ ਕੁਝ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਘਰ ਵਿੱਚ ਹੈ। ਜਿਹਨੂੰ ਭਾਈ ਉਹ ਦਿੰਦਾ ਹੈ ਉਹਨੂੰ ਪ੍ਰਾਪਤ ਹੁੰਦਾ ਹੈ। ਹਰ ਕੋਈ ਬੰਦਾ ਉਸ ਦਰ ਦੀ ਖੁਸ਼ੀ ਹਾਸਲ ਨਹੀਂ ਕਰ ਸਕਦਾ। ਸੋ ਖਾਲਸਾ ਜੀ, ਮਹਾਰਾਜ ਦੀ ਖੁਸ਼ੀ ਕਿਵੇਂ ਹਾਸਲ ਹੁੰਦੀ ਹੈ? ਜਿਹੜਾ ਬੰਦਾ ਅੰਮ੍ਰਿਤ ਵੇਲੇ ਜਾਗਦਾ ਹੈ, ਇਸ਼ਨਾਨ ਪਾਨ ਕਰਕੇ ਸਿਮਰਨ ਅਭਿਆਸ ਕਰਦਾ ਹੈ, 5 ਬਾਣੀਆਂ ਦਾ ਅੰਮ੍ਰਿਤ ਵੇਲੇ ਜਾਪ ਕਰਦਾ, 2 ਬਾਣੀਆਂ ਸ਼ਾਮ ਨੂੰ ਪੜ੍ਹਦਾ ਹੈ, ਸੁਖਮਨੀ ਸਾਹਿਬ ਦਾ ਦਿਨ ਵੇਲੇ ਜਾਪ ਕਰਦਾ ਹੈ, ਵਾਹਿਗੁਰੂ ਵਾਹਿਗੁਰੂ ਨੂੰ ਜਪਦਾ ਰਹਿੰਦਾ, ਕਿਸੇ ਦਾ ਬੁਰਾ ਨਹੀਂ ਚਿਤਵਦਾ, ਉਹਦੇ ਉੱਤੇ ਸਵਾਮੀ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਬੇਅੰਤ ਖੁਸ਼ੀ ਹੁੰਦੀ ਹੈ। ਸਤਿਗੁਰੂ ਉੱਤੇ ਬੜਾ ਪ੍ਰਸੰਨ ਹੁੰਦੇ ਖਾਲਸਾ ਜੀ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਚਾਹੁੰਦੇ ਹੋ ਤੇ ਮਹਾਰਾਜ ਦੀ ਬਾਣੀ ਨਾਲ ਜੁੜ ਜਾਵੋ। ਜੇ ਬਚਣਾ ਚਾਹੁੰਦੇ ਹੋ ਤਾਂ ਵੀ ਭਾਈ ਮਹਾਰਾਜ ਦੀ ਬਾਣੀ ਨਾਲ ਜੁੜਨਾ ਪਵੇਗਾ। ਖੁਆਰ ਹੋਏ ਸਭ ਮਿਲਣਗੇ, ਬਚੇ ਸ਼ਰਨ ਜੋ ਹੋਏ। ਭਾਈ ਜੀ, ਖੁਆਰ ਹੋ ਕੇ ਵੀ ਮਿਲਣਾ ਹੀ ਹੈ। ਜੇ ਉਸ ਤੋਂ ਪਹਿਲਾਂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਤੱਕ ਲਈਏ, ਮਹਾਰਾਜ ਦੇ ਚਰਨੀ ਆ ਜਾਈਏ ਤੇ ਭਾਈ ਮਹਾਰਾਜ ਸੱਚੇ ਪਾਤਸ਼ਾਹ ਸੰਸਾਰ ਵਿੱਚ ਸਾਨੂੰ ਬਚਾ ਲੈਣਗੇ, ਲੋਕ ਪਰਲੋਕ ਵਿੱਚ ਸਾਡੇ ਪਰਦੇ ਕੱਜ ਲੈਣਗੇ। ਜੇ ਖੁਆਰ ਹੋ ਕੇ ਹੀ ਆਉਣਾ, ਖੁਆਰ ਹੋਣਾ ਕੀ ਹੈ ਖਾਲਸਾ ਜੀ? ਸਾਰੇ ਪਾਸਿਓਂ ਛਿੱਤਰ ਖਾ ਕੇ ਆਉਣਾ, ਹਰ ਪ੍ਰਕਾਰ ਦੀ ਠੋਕਰ ਖਾ ਕੇ ਆਉਣਾ, ਹਰ ਪ੍ਰਕਾਰ ਦਾ ਦੁੱਖ ਝੱਲ ਕੇ ਵੀ ਗੁਰੂ ਮਹਾਰਾਜ ਦੇ ਚਰਨੀ ਲੱਗਣਾ ਹੈ। ਉਸ ਤੋਂ ਪਹਿਲਾਂ ਹੀ ਜੇ ਮਹਾਰਾਜ ਦੇ ਚਰਨੀ ਲੱਗਿਆ ਜਾਵੇ ਤਾਂ ਵੱਡੀ ਗੱਲ ਹੈ, ਮਹਾਰਾਜ ਦੀ ਵੱਡੀ ਖੁਸ਼ੀ ਪ੍ਰਾਪਤ ਹੁੰਦੀ ਹੈ। ਸੋ ਸੱਚੇ ਪਾਤਸ਼ਾਹ ਮਹਾਰਾਜ ਦਿਆਲੂ ਕਿਰਪਾਲੂ ਭਾਈ ਸਾਡੇ ਔਗਣ ਬਖਸ਼ ਦੇਣਗੇ। ਮਹਾਰਾਜ ਬਖਸ਼ਣਹਾਰ ਨੇ, ਪਿਤਾ ਬਖਸ਼ੰਦ ਸਤਿਗੁਰੂ ਜੀ ਨੇ। ਸੋ ਭਾਈ ਮਹਾਰਾਜ ਸੱਚੇ ਪਾਤਸ਼ਾਹ ਸਾਰੇ ਔਗਣਾਂ ਨੂੰ ਮੇਟ ਕੇ ਆਪਣੇ ਚਰਨੀ ਲਾ ਲੈਣਗੇ, ਕਿਉਂਕਿ ਖਾਲਸਾ ਜੀ ਸਤਿਗੁਰੂ ਸੱਚੇ ਪਾਤਸ਼ਾਹ ਵਰਗੀ ਦਿਆਲਤਾ ਕਿਸੇ ਵਿੱਚ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਵਰਗਾ ਕੋਈ ਬਣ ਨਹੀਂ ਸਕਦਾ। ਐਸੇ ਦਿਆਲੂ ਕਿਰਪਾਲੂ ਸਤਿਗੁਰੂ ਸਾਰੇ ਔਗਣ ਮੇਟ ਕੇ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਚਰਨਾਂ ਨਾਲ ਜੋੜ ਲੈਂਦੇ ਨੇ। ਸੋ ਮਹਾਰਾਜ ਦੇ ਚਰਨੀ ਲੱਗੀਏ, ਸਤਿਗੁਰੂ ਸੱਚੇ ਪਾਤਸ਼ਾਹ ਦੇ ਦਰ ਦੀ ਸੇਵਾ ਕਰੀਏ, ਦਸਵੰਧ ਕਿਰਤ ਵਿੱਚੋਂ ਕੱਢ ਕੇ ਮਹਾਰਾਜ ਦੇ ਘਰ ਭੇਜੀਏ, ਸਤਿਗੁਰੂ ਸੱਚੇ ਪਾਤਸ਼ਾਹ ਨੂੰ ਚੇਤੇ ਰੱਖੀਏ। ਫਿਰ ਮਹਾਰਾਜ ਕੰਮਾਂ ਕਾਰਾਂ ਵਿੱਚ ਬਰਕਤਾਂ ਪਾਉਂਦੇ ਨੇ, ਦੇਹੀ ਨੂੰ ਅਰੋਗਤਾ ਬਖਸ਼ਦੇ ਨੇ, ਹਰ ਪ੍ਰਕਾਰ ਦਾ ਸੁੱਖ ਮਹਾਰਾਜ ਮਹਿਲਾਂ ਵਿੱਚ ਬਖਸ਼ਦੇ ਨੇ ਭਾਈ। ਪਰ ਜਿੱਥੇ ਨਾਮ ਨਹੀਂ ਹੈ ਉੱਥੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪ੍ਰੇਤਾਂ ਦਾ ਵਾਸਾ ਹੈ। ਉੱਥੇ ਦੁੱਖ ਵੀ ਹਰ ਕੋਈ ਆਵੇਗਾ ਨਵੇਂ ਤੋਂ ਨਵਾਂ, ਤਕਲੀਫ ਵੀ ਨਵੇਂ ਤੋਂ ਨਵੀਂ, ਘਾਟਾ ਵੀ ਨਵੇਂ ਤੋਂ ਨਵਾਂ ਸੰਸਾਰ ਵਿੱਚ ਜਾਂ ਜੀਵਨ ਵਿੱਚ ਪਵੇਗਾ। ਸੋ ਮਹਾਰਾਜ ਦੀ ਬਾਣੀ ਤੋਂ ਬਿਨਾਂ ਭਾਈ ਕੋਈ ਬਚਾ ਨਹੀਂ ਸਕਦਾ। ਸੱਚੇ ਪਾਤਸ਼ਾਹ ਦੀ ਬਾਣੀ ਹੀ ਤਾਰਨ ਵਾਲੀ ਹੈ। ਬਾਣੀ ਨਾਲ ਜੁੜ ਜਾਈਏ, ਬਾਣੀ ਨੂੰ ਪੜ੍ਹੀਏ, ਬਾਣੀ ਨੂੰ ਜਪੀਏ, ਫਿਰ ਉਧਾਰ ਹੋ ਸਕਦਾ। ਇੱਥੇ ਕੋਈ ਬਹਾਨਾ ਨਹੀਂ ਚੱਲਣਾ ਕਿ ਮੇਰੇ ਕੋਲੇ ਟਾਈਮ ਨਹੀਂ, ਮੈਂ ਕੰਮਕਾਰ ਕਰਦਾ, ਸਾਡੇ ਕੋਲ ਸਮਾਂ ਨਹੀਂ। ਭਾਈ ਸਮਾਂ ਕੱਢਣਾ ਪਵੇਗਾ। ਤੁਹਾਨੂੰ ਮਹਾਰਾਜ ਦੀ ਲੋੜ ਹੈ, ਮਹਾਰਾਜ ਨੂੰ ਤੁਹਾਡੀ ਕਿਸੇ ਪ੍ਰਕਾਰ ਤੋਂ ਲੋੜ ਨਹੀਂ। ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਸਾਨੂੰ ਲੋੜ ਹੈ, ਉਹਨੂੰ ਸਾਡੇ ਵਰਗਿਆਂ ਦੀ ਲੋੜ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਨੂੰ ਜਪਣ ਵਾਲੇ ਬਹੁਤ ਬੈਠੇ ਨੇ ਖਾਲਸਾ ਜੀ, ਖੰਡਾਂ ਬ੍ਰਹਮੰਡਾਂ ਵਿੱਚ ਜੀ ਪਰਮੇਸ਼ਰ ਨੂੰ ਯਾਦ ਕਰਦੇ ਨੇ। ਸੋ ਭਾਈ ਸਮਾਂ ਸਾਨੂੰ ਕੱਢਣਾ ਪਵੇਗਾ। ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਸਾਡੇ ਵਾਸਤੇ ਵਿਹਲਾ ਨਹੀਂ, ਕਿਉਂਕਿ ਉਹ ਸਾਨੂੰ ਸਵਾਸੇ ਵੀ ਫ੍ਰੀ ਵਿੱਚ ਦੇ ਰਿਹਾ, ਸਵਾਸ ਵੀ ਦੇ ਰਿਹਾ, ਹਵਾ ਵੀ ਦੇ ਰਿਹਾ, ਪਾਣੀ ਵੀ ਪੀਣ ਨੂੰ ਦੇ ਰਿਹਾ। ਹਰ ਪ੍ਰਕਾਰ ਦੀ ਇੰਦਰੀ ਵਿੱਚ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਜਿਹੜੀ ਕੰਮ ਕਰ ਰਹੀ ਹੈ, ਅੱਖਾਂ ਵਿੱਚ, ਕੰਨਾਂ ਵਿੱਚ, ਹਰ ਪ੍ਰਕਾਰ ਖਾਲਸਾ ਜੀ। ਸੋ ਮਹਾਰਾਜ ਸੱਚੇ ਪਾਤਸ਼ਾਹ ਦਾ ਇੰਨਾ ਕੁਝ ਦਿੱਤਿਆਂ ਹੋਇਆਂ ਵੀ ਸਾਨੂੰ ਉਹਦੀ ਲੋੜ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਨਾਲ ਅਸੀਂ ਫਿਰ ਵੀ ਜੁੜਦੇ ਨਹੀਂ। ਸੋ ਭਾਈ ਸਾਡੇ ਵਰਗਾ ਮੂਰਖ ਹੋਰ ਕੌਣ ਹੋ ਸਕਦਾ? ਸੋ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਮੱਤ ਬਖਸ਼ਣ, ਸਮੱਤ ਬਖਸ਼ਣ, ਆਪਣੇ ਚਰਨਾਂ ਨਾਲ ਲਾ ਲੈਣ, ਸਾਡੀਆਂ ਭੁੱਲਾਂ ਮਹਾਰਾਜ ਬਖਸ਼ ਦੇਣ। ਸੋ ਭਾਈ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਮਹਾਰਾਜ ਰੱਖੇ। ਇਹ ਭੈਣ ਦੀ ਜਿਹੜੀ ਹੱਡ ਬੀਤੀ ਸੀ ਖਾਲਸਾ ਜੀ, ਬੜੀ ਵੱਡੀ ਗੱਲ ਹੈ। ਧੰਨ ਬਾਬਾ ਦੀਪ ਸਿੰਘ ਸਾਹਿਬ ਤੇ ਭਰੋਸਾ ਰੱਖਣਾ, ਫਿਰ ਬਾਬਾ ਦੀਪ ਸਿੰਘ ਸਾਹਿਬ ਦੇ ਦਰੋਂ ਆਪਣਾ ਵੀਰ ਮੰਗਣਾ। ਸੋ ਮਹਾਰਾਜ ਸੱਚੇ ਪਾਤਸ਼ਾਹ ਸਾਰਿਆਂ ਦੀ ਝੋਲੀ ਭਰਨ, ਭੁੱਲਾਂ ਦੀ ਖਿਮਾ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।